ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸੇ ਅਰਥ ਕਰਾਂਗੇ। ਅੱਜ ਆਸਾ ਮਹਲਾ ਤੀਜਾ, ਅਸਤੀਆਂ ਕਰ ਦੂਜਾ ਦੇ 23ਵੇਂ 23rd ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਆਸਾ ਮਹਲਾ ਤੀਜਾ, ਅਸਤੀਆਂ ਕਰ ਦੂਜਾ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਸਾਸਤ ਵੇਦ ਸਿਮਰਤ ਸਰ ਤੇਰਾ। ਸੁਰ ਸਰੀ ਚਰਨ ਸਮਾਣੀ, ਸਾਖਾ ਤੀਨ ਮੂਲ ਮਤ ਰਾਵੇ, ਤਾਂ ਤੂੰ ਸਰਬ ਵਿਡਾਣੀ। ਸਾਸ ਵੇਦ ਸਿਮਰਤ ਸਰ ਤੇਰਾ, ਸੁਰ ਸਰ ਚਰਨ ਸਮਾਣੀ। ਸਾਖਾ ਤੀਨ ਮੂਲ ਮਤ ਰਾਵੇ, ਤੂੰ ਤਾਂ ਸਰਬ ਵਿਡਾਣੀ। ਤਾਕੇ ਚਰਨ ਜਪੇ ਜਨ ਨਾਨਕ ਬੋਲੇ, ਅੰਮ੍ਰਿਤ ਬਾਣੀ ਰਹਾਓ। ਤਾਕੇ ਚਰਨ ਜਪੇ ਜਨ ਨਾਨਕ ਬੋਲੇ, ਅੰਮ੍ਰਿਤ ਬਾਣੀ ਰਹਾਓ। 33 ਕਰੋੜੀ ਦਾਸ ਤੁਮਾਰੇ, ਰਿਦ ਸਿਧ ਪ੍ਰਾਣ ਆਧਾਰੀ। ਤਾਕੇ ਰੂਪ ਨ ਜਾਹੀ ਲਖਣੇ, ਕਿਆ ਕਰ ਆਖ ਵਿਚਾਰੀ। 33 ਕਰੋੜੀ ਦਾਸ ਤੁਮਾਰੇ, ਰਿਦ ਸਿਧ ਪ੍ਰਾਣ ਆਧਾਰੀ। ਤਾਕੇ ਰੂਪ ਨ ਜਾਹੀ ਲਖਣੇ, ਕਿਆ ਕਰ ਆਖ ਵਿਚਾਰੀ। ਤੀਨ ਗੁਣਾ ਤੇਰੇ ਜੁਗਹੀ, ਅੰਤਰ ਚਾਰੇ ਤੇਰੀਆਂ ਖਾਣੀ। ਕਰਮ ਹੋਏ ਤਾਂ ਪਰਮ ਪਦ ਪਾਈਏ, ਕਥੇ ਕਥ ਕਹਾਣੀ। ਤੀਨ ਗੁਣਾ ਤੇਰੇ ਜੁਗਹੀ, ਅੰਤਰ ਚਾਰੇ ਤੇਰੀਆਂ ਖਾਣੀ। ਕਰਮ ਹੋਵੇ ਤਾਂ ਪਰਮ ਪਦ ਪਾਈਏ, ਕਥੇ ਕਥ ਕਹਾਣੀ। ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੇ ਪ੍ਰਾਣੀ। ਜਾ ਕੋ ਨਦਰ ਕਰੇ ਤੂੰ ਆਪਣੀ, ਸਾਈ ਸੱਚ ਸਮਾਣੀ। ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੇ ਪ੍ਰਾਣੀ। ਜਾ ਕੋ ਨਦਰ ਕਰੇ ਤੂੰ ਆਪਣੀ, ਸਾਈ ਸੱਚ ਸਮਾਣੀ। ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਆਵਣ ਜਾਣੀ। ਜਦ ਉਤ ਪਾਵੇ ਤਾਂ ਗੁਰਮੁਖ ਬੂਝੇ, ਹੋਰ ਮਨ ਮੁਖ ਫਿਰੇ ਇਆਣੀ। ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਤੇ ਆਵਣ ਜਾਣੀ। ਜਦ ਉਦ ਭਾਵੇ ਤਾਂ ਗੁਰਮੁਖ ਬੂਝੇ, ਹੋਰ ਮਨ ਮੁਖ ਫਿਰੇ ਇਆਣੀ। ਚਾਰੇ ਵੇਦ ਬ੍ਰਹਮੇ ਕਿਉ ਦੀਏ, ਪੜ ਪੜ ਕਰੇ ਵਿਚਾਰੀ। ਤਾਂ ਕਾ ਹੁਕਮ ਨ ਬੂਝੇ, ਬਪੜਾ ਨਰਕ ਸੁਰਗ ਅਵਤਾਰੀ। ਚਾਰੇ ਵੇਦ ਬ੍ਰਹਮੇ ਕੋ ਦੀਏ, ਪੜ ਪੜ ਕਰੇ ਵਿਚਾਰੀ। ਤਾਂ ਕਾ ਹੁਕਮ ਨ ਬੂਝੇ, ਬਪੜਾ ਨਰਕ ਸੁਰਗ ਅਵਤਾਰੀ। ਜੁਗੋ ਜੁਗੋ ਕੇ ਰਾਜੇ ਕੀਏ, ਗਾਵੇ ਕਰ ਅਵਤਾਰੀ। ਤਿਨਹਿ ਵੀ ਅੰਤ ਨ ਪਾਇਆ, ਤਾਂ ਕਾ ਕਿਆ ਕਰ ਆਖ ਵਿਚਾਰੀ। ਜੁਗ ਜੁਗ ਕੇ ਰਾਜੇ ਕੀਏ, ਗਾਵੇ ਕਰ ਅਵਤਾਰੀ। ਤਿਨ ਵੀ ਅੰਤ ਨ ਪਾਇਆ, ਤਾਂ ਕਾ ਕਿਆ ਕਰ ਆਖ ਵਿਚਾਰੀ। ਤੂੰ ਸੱਚਾ ਤੇਰਾ ਕੀਆ ਸਭ ਸਾਚਾ, ਦੇ ਤੂੰ ਸੱਚ ਬਖਾਣੀ। ਜਾ ਕੋ ਸੱਚ ਬੁਝਾਵੇ, ਆਪਣਾ ਸਹਿਜੇ ਨਾਮ ਸਮਾਣੀ। ਤੂੰ ਸੱਚਾ ਤੇਰਾ ਕੀਆ ਸਭ ਸਾਚਾ, ਦੇ ਤੂੰ ਸੱਚ ਬਖਾਣੀ। ਜਾ ਕੋ ਸੱਚ ਬੁਝਾਵੇ, ਆਪਣਾ ਸਹਿਜੇ ਨਾਮ ਸਮਾਣੀ। ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਕਿ ਪਰਮੇਸ਼ਰ ਨੇ ਮੋਹ ਮਾਇਆ ਅਤੇ ਉਸਦੇ 3 ਗੁਣਾ, ਉਹ 3 ਗੁਣ ਕਿਹੜੇ ਗੁਰੂ ਜੀ ਆਖ ਰਹੇ ਹਨ ਜੀ? ਤ੍ਰੈਗੁਣੀ ਮਾਇਆ, ਰਜੋ ਸਤੋ ਤੇ ਤਮੋ ਦੀ ਰਚਨਾ ਕੀਤੀ ਹੋਈ ਹੈ ਜੀ। ਗੁਰੂ ਜੀ ਆਖਦੇ ਹਨ ਅਨੇਕਾਂ ਧਰਮ ਗ੍ਰੰਥ ਸਿਰਜੇ ਗਏ, ਪਰ ਕੋਈ ਵੀ ਉਸ ਪਰਮੇਸ਼ਰ ਦਾ ਭੇਦ ਨਾ ਪਾ ਸਕਿਆ ਜੀ, ਤੇ ਨਾ ਹੀ ਉਸ ਪਰਮੇਸ਼ਰ ਦੇ ਬਖਾਨ ਕਰ ਸਕਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰ ਜਿਸ ਵੇਲੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ, ਤਾਂ ਉਸ ਅਖਾਤ ਪਰਮੇਸ਼ਰ ਦਾ ਕਥਨ ਕੀਤਾ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਨੇ ਅਨੇਕ ਅਵਤਾਰ ਇਸ ਜਗਤ ਸੰਸਾਰ ਵਿੱਚ ਪੈਦਾ ਕੀਤੇ ਜੀ। ਬ੍ਰਹਮਾ ਨੇ ਵੀ 4 ਵੇਦਾਂ ਦੀ ਰਚਨਾ ਕੀਤੀ ਜੀ। ਫਿਰ ਵੀ ਇਹਨਾਂ ਸਭਨਾਂ ਤੋਂ ਪਰਮੇਸ਼ਰ ਦੇ ਸਰੂਪ ਦਾ ਵਿਖਾਣ ਨਹੀਂ ਹੋ ਸਕਿਆ ਜੀ। ਫਿਰ ਗੁਰੂ ਜੀ ਕਹਿੰਦੇ ਆ ਜਿਨ੍ਹਾਂ ਉੱਤੇ ਪਰਮੇਸ਼ਰ ਮਿਹਰ ਕਿਰਪਾ ਕਰਦਾ ਹੈ ਜੀ, ਉਹੀ ਉਸ ਪਰਮੇਸ਼ਰ ਨੂੰ ਸਮਝ ਸਕਦੇ ਹਨ ਜੀ, ਅਤੇ ਉਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਮਗਨ ਹੁੰਦੇ ਹਨ ਜੀ। ਸੋ ਗੁਰੂ ਜੀ ਆਖਦੇ ਹਨ, ਹੇ ਪਰਮੇਸ਼ਰ, ਮੈਨੂੰ ਤੇਰਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਰੋਵਰ ਸਮਾਨ ਲੱਗਦਾ ਹੈ ਜੀ, ਅਤੇ ਮੇਰੇ ਲਈ
ਸਿਮਰਤ ਸਾਸਰ ਵੇਦ ਅਤੇ ਸਿਮਰਤੀਆਂ ਹੈ ਜੀ। ਅਤੇ ਤੇਰੇ ਚਰਨਾਂ ਵਿੱਚ ਸੁਰਤ ਦਾ ਸਮਾਉਣਾ ਹੀ ਮੇਰੇ ਲਈ ਗੰਗਾ ਨਦੀ ਹੈ ਜੀ। ਭਾਵ ਹੈ ਗੰਗਾ ਨਦੀ ਤੀਰਥ ਦਾ ਇਸ਼ਨਾਨ ਸਮਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਪਰਮੇਸ਼ਰ ਤੂੰ ਸਾਰੇ ਅਚਰਜਮਈ ਵਿਸਤਾਰ ਦਾ ਮਾਲਕ ਸਵਾਮੀ ਹੈ ਜੀ। ਅਤੇ ਤਿੰਨ ਸੁਖਾਵਾਂ ਵਾਲੀ ਭਾਵ ਤ੍ਰੈਗੁਣੀ ਮੋਹ ਮਾਇਆ ਦਾ ਮੂਲ ਹੈ ਜੀ। ਭਾਵ ਤੇਰਾ ਹੀ ਰਚਾਈ ਹੋਈ ਹੈ ਤ੍ਰੈਗੁਣੀ ਮਾਇਆ। ਫਿਰ ਗੁਰੂ ਜੀ ਕਹਿੰਦੇ ਹਨ, ਮੇਰੀ ਇਸ ਲਈ ਮੱਤ ਤੇਰੇ ਵਿੱਚ ਮਗਨ ਕਿਸ ਤਰ੍ਹਾਂ ਹੋ ਸਕਦੀ ਹੈ ਜੀ। ਭਾਵ ਮੇਰੀ ਮੱਤ ਤੇਰੀ ਇਸ ਨਿਰਾਲੀ ਚਾਲ ਨੂੰ ਕਿਸ ਤਰ੍ਹਾਂ ਜਾਣ ਸਕਦੀ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਉਸ ਪਰਮੇਸ਼ਰ ਦੇ ਚਰਨਾ ਰੂਪ ਗੁਰਸ਼ਬਦ ਗੁਰਬਾਣੀ ਨਾਮ ਜਪੋ ਜੀ, ਉਸ ਦਾ ਧਿਆਨ ਧਰੋ ਜੀ ਅਤੇ ਉਸ ਦੀ ਬਾਣੀ ਨੂੰ ਉਚਾਰਦਾ ਹਾਂ ਜੀ, ਸਿਮਰਦਾ ਹਾਂ ਜੀ, ਰਹਾਓ। ਫਿਰ ਗੁਰੂ ਜੀ ਕਹਿੰਦੇ ਆ, 33 ਕਰੋੜ ਦੇਵਤੇ ਤੇਰੇ ਦਾਸ ਹਨ ਜੀ ਅਤੇ ਸਾਰੀਆਂ ਰਿਧੀਆਂ ਸਿੱਧੀਆਂ ਅਤੇ ਪੁਰਾਣਾਂ ਦਾ ਤੂੰ ਹੀ ਆਧਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਪਰਮੇਸ਼ਰ ਦੇ ਰੂਪ ਜਾਣੇ ਨਹੀਂ ਜਾ ਸਕਦੇ ਜੀ। ਮੈਂ ਕੀ ਆਖ ਕੇ ਔਰ ਕੋਈ ਕੀ ਆ ਕੇ ਵਿਚਾਰ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਜਗਤ ਵਿੱਚ ਤਿੰਨੋਂ ਗੁਣ ਰੱਜੋ ਸਤੋ ਤਮੋ ਤੇਰੇ ਹੀ ਰਚਾਏ ਹੋਏ ਹਨ ਜੀ ਅਤੇ ਚਾਰੇ ਖਾਣੀਆਂ ਵੀ ਤੇਰੀਆਂ ਹੀ ਰਚਾਈਆਂ ਹੋਈਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਜੇ ਤੇਰੀ ਕਿਰਪਾ ਮੇਰ ਹੋਵੇ ਜੀ ਤਾਂ ਹੀ ਪਰਮ ਪਦ ਪ੍ਰਾਪਤ ਹੋ ਸਕਦਾ ਹੈ ਜੀ ਅਤੇ ਤਾਂ ਹੀ ਤੇਰੀ ਕਹਾਣੀ ਨੂੰ ਕਥਿਆ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮਾਲਕ ਪਰਮੇਸ਼ਰ ਕਰਤਾ ਪੁਰਖ ਤੂੰ ਹੀ ਹੈ ਜੀ ਅਤੇ ਸਾਰਾ ਜਗ ਸੰਸਾਰ ਤੇਰਾ ਹੀ ਰਚਾਇਆ ਹੋਇਆ ਹੈ ਜੀ। ਇਹਦੇ ਵਿੱਚ ਕੋਈ ਛੋਟਾ ਜਿਹਾ ਜੀਵ ਪ੍ਰਾਣੀ ਕੀ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦਾ, ਜਿਨ੍ਹਾਂ ਗੁਰਮੁਖਾਂ ਉੱਤੇ ਤੂੰ ਆਪਣੀ ਮਿਹਰ ਕਿਰਪਾ ਕਰਦਾ ਹੈ ਜੀ, ਉਹੀ ਗੁਰਮੁਖ ਸਤ ਸਰੂਪ ਪਰਮੇਸ਼ਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਮਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਸਭ ਕੋਈ ਤੇਰਾ ਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਦਾ ਹੈ ਜੀ। ਜਿਤਨੀ ਲੁਕਾਈ ਹੈ ਸਾਰੀ ਸ੍ਰਿਸ਼ਟੀ ਤੁਸੀਂ ਸਾਜੀ ਹੋਈ ਹੈ। ਸਭ ਆਉਣ ਜਾਣ ਦੀ ਖੇਡ ਤੁਸੀਂ ਰਚਾਈ ਹੋਈ ਹੈ ਜੀ। ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਤੁਸੀਂ ਕਰਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਕੋਈ ਗੁਰਮੁਖ ਸਾਧਕ ਜੀਵਨ ਦੀ ਵਾਸਤਵਿਕਤਾ ਨੂੰ ਸਮਝਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਹੋਰ ਕੋਈ ਵਿਰਲੇ ਹੀ ਹਨ ਜੋ ਗੁਰਮੁਖ ਸਾਧਕ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਤੁਹਾਡੀ ਵਾਸਤਵਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਹੋਰ ਸਾਰੇ ਲੋਕ ਸਾਰੀ ਲੁਕਾਈ ਮਨੁੱਖਤਾ ਦੀ ਤਰ੍ਹਾਂ ਫਿਰਦੀ ਰਹਿੰਦੀ ਹੈ ਜੀ। ਪਰਮੇਸ਼ਰ ਨੇ ਬ੍ਰਹਮਾ ਨੂੰ ਵੀ 4 ਵੇਦ ਦਿੱਤੇ ਸਨ ਜੀ, ਜਿਨ੍ਹਾਂ ਨੂੰ ਪੜ੍ਹ ਕੇ ਬ੍ਰਹਮਾ ਵਿਚਾਰ ਕਰਦਾ ਰਹਿੰਦਾ ਸੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਵਿਚਾਰਾ ਵੀ ਉਸ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਸਮਝ ਸਕਿਆ ਜੀ ਅਤੇ ਨਰਕਾਂ ਸਵਰਗਾਂ ਵਿੱਚ ਪੈਂਦਾ ਰਹਿੰਦਾ ਸੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਨੇ ਅਨੇਕਾਂ ਜੁਗਾਂ ਗਾਂਤਰਾਂ ਵਿੱਚ ਕਈ ਰਾਜੇ, ਕਈ ਗੁਰਮੁਖ, ਕਈ ਮਹਾਂਪੁਰਖ ਪੈਦਾ ਕੀਤੇ ਹਨ ਜੀ ਅਤੇ ਉਹਨਾਂ ਨੂੰ ਲੋਕੀ ਅਵਤਾਰ ਵਜੋਂ ਸਲਾਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੇ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ ਜੀ। ਫਿਰ ਗੁਰੂ ਜੀ ਕਹਿੰਦੇ, ਮੈਂ ਕੀ ਕਹਿ ਕੇ ਉਸਦੇ ਗੁਣਾਂ ਦਾ ਵਿਚਾਰ ਕਰਾਂ। ਫਿਰ ਗੁਰੂ ਜੀ ਆਖਦੇ ਹਨ, ਇਹ ਪਰਮੇਸ਼ਰ ਤੂੰ ਸੱਚਾ ਮਾਲਕ ਕਰਤਾ ਪੁਰਖ ਸਵਾਮੀ ਹੈ ਜੀ।
ਤੇਰੀ ਹੀ ਇਹ ਸਾਜੀ ਹੋਈ ਰਚਾਈ ਹੋਈ ਸਾਰੀ ਸ੍ਰਿਸ਼ਟੀ ਵੀ ਸੱਚੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਤੂੰ ਬਲ ਬਖਸ਼ੇ, ਮਿਹਰ ਕਰੇ, ਤਾਂ ਹੀ ਮੈਂ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦਾ ਵਖਾਣ ਕਰ ਸਕਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ, ਜਿਨ੍ਹਾਂ ਨੂੰ ਤੂੰ ਆਪਣਾ ਸੱਚਾ ਸਰੂਪ ਸਮਝਾ ਦਿੰਦਾ ਹੈ ਜੀ, ਉਹੀ ਗੁਰਮੁਖ ਸਹਿਜ ਸੁਭਾਅ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਸਮਾ ਜਾਂਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਅਸਲੀ ਦੀ ਇੱਕ ਵੱਖਰਾਪਣ ਇਹ ਹੈ ਜੀ ਕਿ ਨਾਨਕ ਨਾਮ ਦੀ ਛਾਪ ਜੋ ਹੈ ਉਹ ਰਹਾਉ ਵਾਲੀ ਪੰਕਤੀ ਵਿੱਚ ਵਰਤੀ ਹੈ ਜੀ। ਆਮ ਸ਼ਬਦਾਂ ਵਾਂਗ ਅੰਤ ਵਿੱਚ ਨਾਨਕ ਨਾਮ ਨਹੀਂ ਆਇਆ ਜੀ। ਜਿਸ ਤਰ੍ਹਾਂ ਇਸ ਰਹਾਉ ਦੀ ਪੰਕਤੀ 'ਚ ਗੁਰੂ ਜੀ ਆਖਦੇ ਹਨ, ਤਾਕੇ ਚਰਨ ਜਪੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ। ਤਾਕੇ ਚਰਨ ਜਪੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ। ਗੁਰੂ ਜੀ ਆਖਦੇ ਹਨ ਕਿ ਉਹ ਗੁਰਮੁਖ ਹੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤੇਰਾ ਨਾਮ ਸਿਮਰਦੇ ਜਪਦੇ ਹਨ ਜੀ, ਜਿਨ੍ਹਾਂ ਤੇ ਤੂੰ ਆਪਣੀ ਮਿਹਰ ਕਰਦਾ ਹੈ ਜੀ। ਇਸ ਸ਼ਬਦ ਗੁਰੂ ਜੀ ਆਖਦੇ ਹਨ, 6 ਸ਼ਾਸਤਰ, 4 ਵੇਦ, 27 ਸਿਮਰਤੀਆਂ ਆਦਿ ਗ੍ਰੰਥਾਂ ਵਿੱਚ ਉਸ ਕਰਤਾ ਪੁਰਖ ਦੀ ਕੀਰਤੀ ਇਸ ਤਰ੍ਹਾਂ ਸਮਾਈ ਹੋਈ ਹੈ ਜੀ, ਜਿਸ ਤਰ੍ਹਾਂ ਗੰਗਾ ਸਮੁੰਦਰ ਵਿੱਚ ਸਮਾ ਰਹੀ ਹੈ ਜੀ। ਗੁਰੂ ਜੀ ਆਖਦੇ ਹਨ, 33 ਕਰੋੜ ਦੇਵੀ ਦੇਵਤੇ, ਰਿਧੀਆਂ ਸਿਧੀਆਂ, ਤਿੰਨੇ ਗੁਣ ਭਾਵ ਤ੍ਰੈਗੁਣੀ ਮਾਇਆ, ਰਜੋ ਸਤੋ ਤਮੋ, ਚਾਰੇ ਖਾਣੀਆਂ, ਬ੍ਰਹਮਾ, ਜੁਗਾਂ ਜੁਗਾਂ ਦੇ ਅਵਤਾਰ, ਸਾਰੇ ਹੀ ਉਸ ਕਰਤਾ ਪੁਰਖ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ ਜੀ। ਇਸ ਲਈ ਉਸ ਬੇਅੰਤ ਕਰਤਾ ਪੁਰਖ ਸਿਰਜਣਹਾਰ ਦਾ ਕੋਈ ਅੰਤ ਨਹੀਂ ਪਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਸੱਚਾ ਰੂਪ ਸਮਝਾ ਦੇਵੇ ਜੀ, ਉਹ ਸਹਿਜੇ ਹੀ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੀਨ ਹੋ ਜਾਂਦੇ ਹਨ ਜੀ। ਜਿਸ ਤਰ੍ਹਾਂ ਇਹ ਸ਼ਬਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ, ਤੂੰ ਸੱਚਾ ਤੇਰਾ ਕੀਆ ਸਭ ਸਾਚਾ, ਦੇ ਤੂੰ ਸੱਚ ਵਖਾਣੀ, ਜਾ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ। ਤੂੰ ਸੱਚਾ ਤੇਰਾ ਕੀਆ ਸਭ ਸਾਚਾ, ਦੇ ਤਾਂ ਸਾਚ ਵਖਾਣੀ, ਜਾ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।